शुरुआत करांगे बुलेटिन की सब तो पहला आम बजट तो। संसद दे विच दस दईए कि अज आम बजट पेश किया गया है। इंतजार किया जा रहा सी कि चोण खास तौर पर बजट पटारे दे विचों की कुछ निकलेगा। सो वित्त मंत्री निर्मला सीतारमण दावा करते हैं, उन्होंने कहना है कि इस बजट दे विच आम लोगों का पूरा ध्यान रखा गया है और किसानों के लिए भी काफी खास ऐलान किए गए हैं। सो आम बजट दे विच की कुछ खास है, किसका फायदा होया ते किसका नुकसान, देखते हैं रिपोर्ट। आजादी के 100वें साल दे विच देश किहो जिहा होवेगा, अर्थव्यवस्था किन्नी मजबूत होवेगी, नौजवान किन्ने मजबूत होणगे अते असीं किन्ने आत्मनिर्भर होवांगे। साल 2022-23 दा बजट इसे सवाल दा जवाब है। A blueprint for the Amrit Kal, which is futuristic and inclusive. This will directly benefit our youth, women, farmers, the scheduled castes and the scheduled tribes. सब तो ज्यादा उम्मीद टैक्स पेयर ਨੂੰ ਵੀ ਸੀ, ਪਰ ਇਹ ਬਜਟ ਉਹਨਾਂ ਦੀਆਂ ਉਮੀਦਾਂ ਦੇ ਮੁਤਾਬਕ ਨਹੀਂ ਰਿਹਾ। ਇਸ ਵਾਰ ਇਨਕਮ ਟੈਕਸ ਸਲੈਬ ਦੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ। ITR ਦੇ ਵਿੱਚ ਗੜਬੜੀ ਹੋਣ ਤੇ 2 ਸਾਲ ਤੱਕ ਸੁਧਾਰ ਦਾ ਮੌਕਾ। ਦਿਵਿਆਂਗ ਦੇ ਮਾਤਾ-ਪਿਤਾ ਨੂੰ ਟੈਕਸ ਵਿੱਚ ਛੋਟ ਦਿੱਤੀ ਗਈ ਹੈ। NPS ਦੇ ਵਿੱਚ ਯੋਗਦਾਨ 14% ਤੱਕ ਹੋ ਸਕੇਗਾ। ਮੁਲਾਜ਼ਮਾਂ ਦੀ ਪੈਨਸ਼ਨ ਦੇ ਵਿੱਚ ਟੈਕਸ ਤੇ ਛੂਟ ਦਿੱਤੀ ਗਈ ਹੈ। ਸਟਾਰਟਅਪ ਨੂੰ ਮਾਰਚ 2023 ਤੱਕ ਟੈਕਸ ਇਨਸੈਂਟਿਵ। ਵਰਚੁਅਲ ਕਰੰਸੀ ਤੋਂ ਕਮਾਈ ਤੇ 30% ਟੈਕਸ ਲੱਗੇਗਾ। ਕ੍ਰਿਪਟੋ ਕਰੰਸੀ ਦੇ ਵਿੱਚ ਘਾਟਾ ਹੋਣ ਤੇ ਵੀ ਟੈਕਸ ਦੇਣਾ ਹੋਵੇਗਾ। ਕਾਰਪੋਰੇਟ ਸਰਚਾਰਜ 12% ਤੋਂ ਘਟਾ ਕੇ 7% ਕਰ ਦਿੱਤਾ ਗਿਆ ਹੈ। Our second priority, agriculture. The procurement of wheat in Rabi 21-22 and the estimated procurement of paddy in Kharif 21-22 will cover 1,208 lakh metric tons of wheat and paddy from 163 lakh farmers, and 2.37 lakh crores will be the direct payment of MSP value to their accounts. ਚੋਣ ਦੌਰ ਦੇ ਵਿੱਚ ਕਿਸਾਨਾਂ ਦੇ ਲਈ ਵੀ ਐਲਾਨ ਕੀਤੇ ਗਏ ਨੇ, ਜੋ ਇਸ ਤਰ੍ਹਾਂ ਨੇ। MSP ਤੇ ਰਿਕਾਰਡ ਖਰੀਦ ਕੀਤੀ ਜਾਵੇਗੀ। ਸਾਲ 2023 ਮੋਟਾ ਅਨਾਜ ਸਾਲ ਐਲਾਨ ਦਿੱਤਾ ਗਿਆ ਹੈ। ਤਿਲਹਨ ਦਾ ਘਰੇਲੂ ਉਤਪਾਦਨ ਵਧੇਗਾ। ਆਰਗੈਨਿਕ ਖੇਤੀ ਨੂੰ ਵਧਾਵਾ ਮਿਲੇਗਾ। ਕਿਸਾਨਾਂ ਨੂੰ ਡਿਜੀਟਲ ਸਰਵਿਸ ਮਿਲੇਗੀ। ਸਿੰਚਾਈ ਪੇਜਲ ਸੁਵਿਧਾਵਾਂ ਵਧਾਉਣ ਤੇ ਜ਼ੋਰ ਹੋਵੇਗਾ। ਇੱਕ ਸਟੇਸ਼ਨ ਇੱਕ ਉਤਪਾਦ ਯੋਜਨਾ ਸ਼ੁਰੂ ਕੀਤੀ ਜਾਵੇਗੀ। ਐਗਰੀਕਲਚਰ ਯੂਨੀਵਰਸਿਟੀ ਨੂੰ ਵਧਾਵਾ ਮਿਲੇਗਾ। ਖੇਤੀ ਦੇ ਵਿੱਚ ਮਦਦ ਕਰਨ ਦੇ ਲਈ ਡਰੋਨ ਆਵੇਗਾ। ਆਮਦਨ ਨੂੰ ਵਧਾਉਣ ਦੇ ਲਈ PPP ਮੋਡ ਤੇ ਯੋਜਨਾ ਤਿਆਰ ਹੋਵੇਗੀ। 5 ਨਦੀਆਂ ਨੂੰ ਜੋੜਿਆ ਜਾਵੇਗਾ। ਨਦੀਆਂ ਨੂੰ ਜੋੜਨ ਦੇ ਲਈ 65,000 ਕਰੋੜ ਰੁਪਏ ਰੱਖੇ ਗਏ ਨੇ। ਕਿਸੇ ਸਮਾਨ ਦਾ ਸਸਤਾ ਤੇ ਮਹਿੰਗਾ ਹੋਣਾ ਹੁਣ GST ਦੇ ਤਹਿਤ ਤੈਅ ਹੋਵੇਗਾ। ਬਾਵਜੂਦ ਇਸ ਦੇ 5% ਕਸਟਮ ਡਿਊਟੀ ਨੂੰ ਘਟਾ ਕੇ ਕੁਝ ਸਮਾਨ ਸਸਤਾ ਕੀਤਾ ਗਿਆ ਹੈ। ਉਦਾਹਰਨ ਦੇ ਵਜੋਂ ਚਮੜਾ, ਕੱਪੜਾ, ਖੇਤੀ ਦਾ ਸਮਾਨ, ਪੈਕੇਜਿੰਗ ਦੇ ਡੱਬੇ, ਮੋਬਾਈਲ ਫੋਨ ਚਾਰਜ, ਜਿਮ ਐਂਡ ਜਵੈਲਰੀ ਸਸਤੇ ਹੋਣਗੇ। ਕੱਟ ਅਤੇ ਪੋਲਿਸ਼ਡ ਡਾਇਮੰਡ ਦੇ ਇਲਾਵਾ ਸਟੀਲ, ਸਕ੍ਰੈਪ ਅਤੇ ਮੈਂਥਾ ਆਇਲ ਵੀ ਹੁਣ ਪਹਿਲਾਂ ਦੇ ਮੁਕਾਬਲੇ ਸਸਤਾ ਮਿਲੇਗਾ। ਉੱਥੇ ਵਿਦੇਸ਼ੀ ਛਤਰੀ ਮਹਿੰਗੀ ਹੋਵੇਗੀ। ਅਕਤੂਬਰ ਤੋਂ ਬਿਨਾਂ ਵੈਲਡਿੰਗ ਵਾਲੇ ਫਿਊਲ ਤੇ 2 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਦੇ ਨਾਲ ਐਕਸਾਈਜ਼ ਡਿਊਟੀ ਲੱਗੇਗੀ। ਇਸ ਦੇ ਨਾਲ ਹੀ ਇੰਪੋਰਟਡ ਆਈਟਮ ਹੁਣ ਮਹਿੰਗੇ ਹੋਣਗੇ। ਹੁਣ ਤੁਹਾਨੂੰ ਬਜਟ 2022 ਦੇ ਵੱਡੇ ਐਲਾਨਾਂ ਬਾਰੇ ਦੱਸਦੇ ਹਾਂ। ਹੁਣ ਪਾਸਪੋਰਟ ਬਣੇਗਾ। ਇਲੈਕਟ੍ਰੋਨਿਕ ਵਹੀਕਲ ਦੇ ਲਈ ਬੈਟਰੀ ਸਵੈਪਿੰਗ ਪਾਲਿਸੀ ਆਵੇਗੀ। ਵਨ ਨੇਸ਼ਨ ਵਨ ਰਜਿਸਟ੍ਰੇਸ਼ਨ ਹੋਵੇਗੀ। ਆਨਲਾਈਨ ਬਿਲ ਸਿਸਟਮ ਹੋਵੇਗਾ। ਦਿਵਿਆਂਗਾਂ ਦੇ ਪਰਿਵਾਰਾਂ ਨੂੰ ਟੈਕਸ ਵਿੱਚ ਰਾਹਤ ਹੋਵੇਗੀ। 3 ਸਾਲ ਵਿੱਚ 400 ਨਵੀਆਂ ਬੰਦੇ ਭਾਰਤ ਟ੍ਰੇਨ ਚੱਲਣਗੀਆਂ। 100 ਕਾਰਗੋ ਟਰਮੀਨਲ। ਸਟਾਰਟਅਪ ਨੂੰ 1 ਸਾਲ ਦੇ ਲਈ ਹੋਰ ਮੁਹੱਲਤ ਦਿੱਤੀ ਗਈ ਹੈ। ये बजट मोर इंफ्रास्ट्रक्चर, मोर इन्वेस्टमेंट, मोर ग्रोथ और मोर जॉब्स की नई संभावनाओं से भरा हुआ है। ਨਵੇਂ ਬਜਟ ਨੂੰ ਲੈ ਕੇ ਸਰਕਾਰ ਦੇ ਵੱਲੋਂ ਕਈ ਦਾਅਵੇ ਕੀਤੇ ਜਾ ਰਹੇ ਨੇ, ਪਰ ਵਿਰੋਧੀਆਂ ਦੀ ਨਜ਼ਰ ਦੇ ਵਿੱਚ ਇਹ ਬਜਟ ਕਿਹੋ ਜਿਹਾ ਹੈ ਤੁਸੀਂ ਖੁਦ ਸੁਣ ਲਵੋ। ਇਲੈਕਸ਼ਨ ਦੇ ਵਿੱਚ ਬਜਟ ਜਿਹੜਾ ਲਿਆਉਣਾ, ਮੇਰਾ ਖਿਆਲ ਹੈ ਕਿ ਵੈਸੇ ਹੀ ਸਪਲੀਮੈਂਟਰੀ ਬਜਟ ਲਿਆਉਣਾ ਚਾਹੀਦਾ ਸੀ। 15 ਦਿਨ ਦੀ ਇਲੈਕਸ਼ਨ ਰਹਿ ਗਈ। ਇਹ ਡੈਮੋਕ੍ਰੇਸੀ ਦੀ ਉਲਟ ਚੀਜ਼ ਹੈ ਔਰ ਗਲਤ ਚੀਜ਼ ਹੈ। ਜਿਹੜੀ ਕਿਸਾਨਾਂ ਨੂੰ ਲੁਭਾਵਣੀਆਂ ਗੱਲਾਂ ਕੀਤੀਆਂ ਨੇ ਤੇ ਫਿਰ 1 ਸਾਲ ਉੱਥੇ ਕਿਸਾਨਾਂ ਨੂੰ ਜਲੀਲ ਕਿਉਂ ਕੀਤਾ? 1 ਸਾਲ ਕਿਸਾਨਾਂ ਦੇ ਨਾਲ ਇੰਨਾ ਬਦਸਲੂਕੀ ਕਿਉਂ ਕੀਤੀ ਗਈ?
ਚੋਣ ਦੌਰ ਦੇ ਵਿੱਚ ਆਏ ਇਸ ਬਜਟ ਦਾ ਇਮਤਿਹਾਨ ਹੁਣ ਜਨਤਾ ਦੀ ਅਦਾਲਤ ਵਿੱਚ ਹੋਵੇਗਾ, ਕਿਉਂਕਿ ਸਿਆਸੀ ਦਾਅਵਿਆਂ ਦੀ ਅਸਲ ਪਰਖ ਜਨਤਾ ਆਪਣੇ ਵੋਟ ਦੇ ਜ਼ਰੀਏ ਕਰੇਗੀ। ਬਿਊਰੋ ਰਿਪੋਰਟ, ਨਿਊਜ਼ 18।